देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2021-2022 ਦਾ ਜਿਹੜਾ ਬਜਟ ਉਹ ਪੇਸ਼ ਕਰ ਦਿੱਤਾ ਗਿਆ ਹੈ। ਬਜਟ ਦੇ ਵਿੱਚ ਹਮੇਸ਼ਾ ਉਮੀਦ ਰਹਿੰਦੀ ਹੈ ਕਿ ਬਜਟ ਹਰ ਸੈਕਟਰ ਦੇ ਲਈ ਕੁਛ ਨਾ ਕੁਛ ਐਸਾ ਦੇ ਕਾਰਗਰ ਕਦਮ ਚੱਕੇ ਜਿਹੜਾ ਕਿ ਭਵਿੱਖ ਦੇ ਲਈ ਜਿਹੜੇ ਹਰ ਕਿਸੇ ਦੇ ਲਈ ਚੰਗੇ ਹੋਣ। ਇਸ ਵਾਰ ਦਾ ਬਜਟ ਕਿਹੜੇ ਸੈਕਟਰ ਨੂੰ ਜ਼ਿਆਦਾ ਪ੍ਰਭਾਵਿਤ ਕਰੇਗਾ, ਕਿਹੜੇ ਸੈਕਟਰ ਨੂੰ ਇਹਦਾ ਫਾਇਦਾ ਹੋਏਗਾ, ਇਸੇ ਬਾਰੇ ਗੱਲ ਕਰਨ ਲਈ ਮੇਰੇ ਨਾਲ ਹੈਗੇ ਹੈ CII ਦੇ ਚੇਅਰਮੈਨ ਤੇ ਵਾਈਸ ਚੇਅਰਮੈਨ। ਗੱਲ ਕਰਦੇ ਆ ਸਰ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਜਿਹੜਾ ਇਹ ਬਜਟ ਆਇਆ ਹੈ ਨਿਰਮਲਾ ਸੀਤਾਰਮਨ ਦੇ ਬਜਟ ਜਿਹੜੇ ਪਹਿਲੇ ਬਜਟ ਪੇਸ਼ ਕੀਤੇ ਉਸ ਬਜਟ ਤੋਂ ਕਿੰਨਾ ਵੱਖਰਾ ਬਜਟ ਹੈਗਾ? ਸਭ ਤੋਂ ਪਹਿਲਾਂ ਤਾਂ ਮੈਂ ਵਿੱਤ ਮੰਤਰੀ ਜੀ ਨੂੰ ਵਧਾਈ ਦੇਣਾ ਚਾਹਾਂਗਾ ਕਿ ਉਹਨਾਂ ਨੇ ਬਹੁਤ ਹੀ ਔਖੇ ਟਾਈਮ ਦੇ ਵਿੱਚ ਬੜਾ ਵਧੀਆ ਬੈਲੈਂਸਡ ਬਜਟ ਪ੍ਰੈਜ਼ੈਂਟ ਕੀਤਾ ਹੈਗਾ, ਜਿਹਦੇ ਵਿੱਚ ਨਵੇਂ ਟੈਕਸ ਨਹੀਂ ਲੱਗੇ ਹੈ। ਤੇ ਸਭ ਤੋਂ ਅੱਛੀ ਗੱਲ ਹੈਗੀ ਆ ਕਿ ਕੋਵਿਡ ਟਾਈਮ ਤੋਂ ਬਾਅਦ ਹੈਲਥ ਸੈਕਟਰ ਨੂੰ ਬਜਟ ਐਲੋਕੇਸ਼ਨ ਜ਼ਿਆਦਾ ਕੀਤੀ ਗਈ ਹੈਗੀ ਆ ਤੇ ਹਰ ਪੱਧਰ ਤੇ ਪ੍ਰਾਇਮਰੀ ਲੈਵਲ ਤੋਂ ਲੈ ਕੇ ਮਿਡਲ ਲੈਵਲ ਤੋਂ ਰਿਸਰਚ ਇੰਸਟੀਚਿਊਟਸ ਤੋਂ ਵਾਇਰਸ ਇੰਸਟੀਚਿਊਟ ਹਰ ਤਰ੍ਹਾਂ ਦੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਬਜਟ ਐਲੋਕੇਸ਼ਨ ਕੀਤੀ ਹੈ, ਜਿਹੜੀ ਕਿ ਬਹੁਤ ਅੱਛੀ ਚੀਜ਼ ਹੈ। ਜਿਹੜੀ 75 ਸਾਲ ਤੋਂ ਉੱਪਰ ਬੰਦਿਆਂ ਨੂੰ ਕੀਤੀ ਹੈ ਕਿ ਤੁਹਾਨੂੰ ਰਿਟਰਨ ਫਾਈਲ ਕਰਨ ਦੀ ਜ਼ਰੂਰਤ ਨਹੀਂ ਹੈਗੀ, ਉਹ ਬਹੁਤ ਅੱਛਾ ਹੈਗਾ। ਤੇ CII ਦੇ ਪੱਖੋਂ ਦੇਖਦੇ ਹਾਂ ਤਾਂ ਸਾਡੇ MSME ਸਦੱਸ ਜਿਹੜੇ ਹੈਗੇ ਨੇ ਉਹਨਾਂ ਨੂੰ ਚੰਗੀ ਹੈਲਪ ਮਿਲੀ ਹੈ, ਜਿਹੜਾ ਕਿ ਕਸਟਮ ਡਿਊਟੀ ਉਹਨਾਂ ਚੀਜ਼ਾਂ 'ਤੇ ਵਧਾਈ ਗਈ ਹੈ ਜਿਹੜੀਆਂ MSME ਬਣਾਉਂਦੀਆਂ ਹੈਗੀਆਂ, ਉਹ ਬਹੁਤ ਅੱਛੀ ਚੀਜ਼ ਹੈਗੀ ਆ। ਜਿਹੜਾ ਇਨਫਰਾਸਟਰਕਚਰ ਲਈ 1,38,000 ਕਰੋੜ ਸੜਕਾਂ ਲਈ ਤੇ 1,10,000 ਕਰੋੜ ਰੇਲਵੇ ਲਈ ਰੱਖਿਆ ਗਿਆ, ਉਹ ਬਹੁਤ ਵਧੀਆ ਰੱਖਿਆ ਗਿਆ ਹੈਗਾ। ਪਰ ਜਿਸ ਤਰ੍ਹਾਂ ਪੰਜਾਬ ਚੰਡੀਗੜ੍ਹ ਏਰੀਆ ਜਿਹੜਾ ਹੈਗਾ ਲੈਂਡ ਲੌਕਡ ਹੈਗਾ, ਇਸ ਏਰੀਆ ਦੀ ਇਨਫਰਾਸਟਰਕਚਰ ਡਿਵੈਲਪਮੈਂਟ ਇਸ ਪੱਖੋਂ ਹੋਣੀ ਚਾਹੀਦੀ ਆ ਕਿ ਪ੍ਰੋਡਿਊਸਰ ਤੋਂ ਲੈ ਕੇ ਯੂਜ਼ਰ ਤੱਕ ਜਾਂ ਜਿਹੜੀਆਂ ਸਾਡੀਆਂ ਪੋਰਟਸ ਤੱਕ ਹੈਗੀਆਂ ਉੱਥੋਂ ਤੱਕ ਮਟੀਰੀਅਲ ਆਉਣ ਜਾਣ ਦੀ ਬਿਲਕੁਲ ਫਲॉलेस ਸਮੂਥ ਮੂਵਮੈਂਟ ਹੋਣੀ ਚਾਹੀਦੀ ਹੈ, ਤਾਂ ਕਿ ਲੁਧਿਆਣੇ 'ਚ ਬੈਠੇ ਇੰਡਸਟਰੀਅਲ, ਚੰਡੀਗੜ੍ਹ ਬੈਠੇ ਇੰਡਸਟਰੀਅਲ ਬੰਬੇ ਤੋਂ ਪੋਰਟ ਤੋਂ ਆਪਣਾ 2-3 ਦਿਨ ਦੇ ਵਿੱਚ ਸਮਾਨ ਭੇਜ ਸਕਣ, ਆ ਸਕਣ। ਸੋ ਜਿਹੜੀ ਕੰਟੇਨਰ ਲੈਂਡ ਲੌਕਡ ਏਰੀਆ ਲਈ ਕੰਟੇਨਰ ਮੂਵਮੈਂਟ ਇਨਫਰਾਸਟਰਕਚਰ ਉਹਦੇ 'ਤੇ ਜ਼ਰੂਰ ਜ਼ਿਆਦਾ ਹੋਣਾ ਚਾਹੀਦਾ ਹੈ। ਸਰ, ਤੁਸੀਂ ਹੈਲਥ ਸੈਕਟਰ ਤੋਂ ਆਉਂਦੇ ਹੋ, ਹੈਲਥ ਸੈਕਟਰ ਦੀ ਅਗਰ ਗੱਲ ਕਰੀਏ, ਹੈਲਥ ਸੈਕਟਰ ਲਈ ਇਹ ਕਿੰਨਾ ਲਾਹੇਵੰਦ ਹੋਏਗਾ? ਇਹ ਜਿਹੜਾ ਇਹ ਹੈਲਥ ਸੈਕਟਰ ਲਈ ਬਜਟ ਬਹੁਤ ਅੱਛਾ ਹੈਗਾ, ਪਰ ਉਮੀਦ ਆ ਕਿ ਆਉਣ ਵਾਲੇ ਬਜਟ ਇਸ ਤੋਂ ਜ਼ਿਆਦਾ ਵੀ ਐਲੋਕੇਸ਼ਨ ਹੋਏਗੀ। ਸਾਡੀ 2-3% ਤੱਕ ਐਲੋਕੇਸ਼ਨ ਰਹੀ ਹੈਗੀ ਆ, ਪਰ ਜਿਵੇਂ ਸਾਡਾ ਇਨਫਰਾਸਟਰਕਚਰ ਹੈਲਥ ਦਾ ਹੈਗਾ, ਸਾਨੂੰ ਬਜਟ ਦੀ ਕਮ ਸੇ ਕਮ 5 ਤੋਂ 6% ਐਲੋਕੇਸ਼ਨ ਹੈਲਥ ਲਈ ਚਾਹੀਦੀ ਆ। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਸੀਂ MSME ਸੈਕਟਰ ਤੋਂ ਆਉਂਦੇ ਹੋ, ਇਹ ਜਿਹੜਾ ਬਜਟ ਹੈਗਾ ਲੱਗਦਾ ਸੀਗਾ ਕਿ ਇਹ ਬਜਟ ਦੇ ਵਿੱਚ ਜਿਹੜਾ ਹਰ ਖੇਤਰ ਨੂੰ ਜਿਹੜਾ ਉਹ ਧਿਆਨ ਦੇ ਵਿੱਚ ਰੱਖਿਆ ਜਾਏਗਾ। ਤੁਹਾਨੂੰ ਲੱਗਦਾ है कि निर्मला सीतारमन वालों ध्यान ਦੇ ਵਿੱਚ ਰੱਖਿਆ ਗਿਆ हर क्षेत्र? हाँ जी, मेरे हिसाब से काफ़ी कुछ बढ़ोतरी की गई है MSMEs के लिए। मेन अगर जिसमें बात करूँ तो ये एक आत्मनिर्भर भारत के लिए बजट बनाया गया है, जिसमें आने वाले समय में MSME को ही बढ़ोतरी मिलेगी। स्पेशल इंफ्रास्ट्रक्चर के लिए जो उन्होंने किया है, इंसेंटिव प्लान्स दिए हैं, अगर MSME उसमें बढ़ के आए तो इंडिजीनियस ग्रोथ MSME की बहुत हो सकती है। और अगर हम मेंटल ब्लॉकेज की बात करें तो सारा कुछ फेसलेस और ई-पेपर पे किया जा रहा है। और इसके अलावा जो रीओपनिंग ऑफ पुराने असेसमेंट केसेस 7 साल से 3 साल कर दिए गए हैं, तो एक MSME छोटे कारीगरों के लिए एक बहुत बड़ा मेंटल ब्लॉकेज है जो रिमूव हो गया है। हम ना उस मेंटल टेंशन में काम कर सकते थे पहले 7 साल के लिए, अब वो फ़र्क पड़ेगा। उसके अलावा इंफ्रास्ट्रक्चर के अलावा हेल्थ, इंडस्ट्री, डॉरेबल कस्टम ड्यूटी वो जो डिक्रीज़ किए गए हैं, अभी आप देखेंगे कुछ महीनों से स्टील इंक्रीज़ प्राइस इंक्रीज़ हो गया था, अभी इन्होंने कस्टम ड्यूटी 7.5% डिक्रीज़ किया है। और साथ ही साथ मैन्युफैक्चर्ड स्क्रू इंडस्ट्री पे कस्टम ड्यूटी बढ़ा दिया है, तो लोकल इंडस्ट्री मैन्युफैक्चरर्स के लिए बहुत फ़र्क पड़ने वाला है। बहुत अच्छा बजट हम सोच रहे हैं आने वाले समय में होगा अगर इसकी इम्प्लीमेंटेशन इसी पॉलिसीज़ पे की गई। ਲੋਕਾਂ ਨੂੰ ਉਮੀਦਾਂ ਸੀਗੀਆਂ ਕਿ ਟੈਕਸ ਦੇ ਵਿੱਚ ਕੁਝ ਰਿਬੇਟ ਹੋਈ, ਕੁਝ ਇਸ ਤਰੀਕੇ ਦਾ ਕੋਈ ਫਰਕ नहीं, उसके अंदर इन्होंने पूरा उसको छोड़ दिया गया है। मेरे ख्याल लास्ट ईयर के स्लैब्स को ही कंटिन्यू किया गया है। हम लोग नॉर्मली सोच रहे थे कि पर्सनल जो इनकम टैक्स है वो थोड़ा इंक्रीज़ किया जाएगा, क्योंकि जो मध्य वर्ग हैं या मिडिल क्लास MSMEs हैं उनके लिए अपना कंपनीज FDI तो लगता नहीं है, तो उनके अंदर पर्सनल FDIs लगते थे। अगर वो थोड़े इंक्रीज़ कर दिए जाते तो और फ़र्क पड़ना चाहिए था। उससे फ़र्क ज़्यादा नहीं पिया? ਤੁਸੀਂ ਮੰਨਦੇ ਹੋ ਕਿ ਲੇਮੈਨ ਲਈ ਕੋਈ ज़्यादा बजट ਵਿੱਚ कुछ निकले? पर्सनल जितने भी इनकम टैक्स स्कीम्स हैं उसमें लेमैन आदमी के लिए फ़र्क नहीं पड़ा, बट अगर हमारी इंडस्ट्री को ग्रोथ मिलती है तो उससे हमारे हिसाब से प्राइस डिक्रीज़ होगा और अल्टीमेटली एक कॉमन मैन को फ़र्क वहाँ से पड़ना चाहिए। सर, ਇੱਕ ਕਾਫੀ ਆ ਰਿਹਾ ਸੀਗਾ ਕਿ ਸ਼ਾਇਦ ਕੋਵਿਡ ਟੈਕਸ ਲੱਗੇਗਾ। ਆਈ ਥਿੰਕ ਜਿਹੜਾ ਨਹੀਂ ਲਾਇਆ ਹੈਗਾ ਬਹੁਤ ਚੰਗਾ ਕੀਤਾ ਹੈਗਾ। ਇਹ ਲੋਕਾਂ ਦਾ ਕੌਨਫੀਡੈਂਸ ਬਿਲਡ ਕਰਨ ਲਈ ਆ ਕਿ ਠੀਕ ਆ, ਔਖਾ ਟਾਈਮ ਸੀ ਪਰ ਅਸੀਂ ਫਿਰ ਵੀ ਸਾਰੇ ਪੈਸੇ ਸਾਂਭ ਲਾਂਗੇ। ਫਿਸਕਲ ਮੇਰਾ ਵੀ ਸਵਾਲ ਇਹੀ ਸੀਗਾ ਅਗਲਾ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ, ਉਸ ਤੋਂ ਥੋੜੀ ਰਾਹਤ ਹੈਗੀ?
ਬਿਲਕੁਲ ਬਹੁਤ ਵਧੀਆ ਹੈਗਾ ਇਹ ਕਿ ਵੀ ਨਵੇਂ ਟੈਕਸ ਨਹੀਂ ਲੱਗਿਆ। ਫਿਸਕਲ ਡੈਫਿਸਿਟ 7.8% ਹੈਗਾ, ਉਹ ਵੀ ਇਟਸ ਗੁੱਡ, ਇਟ ਵਿਲ ਬੀ ਹੈਂਡਲਡ। ਬਜਟ ਅੱਛਾ ਹੈਗਾ, ਬੈਟਰ ਦੈਨ ਆਈ ਹੈਡ ਐਕਸਪੈਕਟਡ। ਇੱਕ ਜਿਹੜੀ FDI ਦੀ ਜਿਹੜੀ ਉਹ ਜਿਹੜਾ ਸ਼ੇਅਰ ਵਧਾਇਆ ਹੈ, ਪਹਿਲਾਂ 14% ਸੀਗਾ ਇੰਸ਼ੋਰੈਂਸ 'ਚ, ਉਸ ਨੂੰ ਹੁਣ 74% कर देता है, वो कितना फ़र्क पड़ेगा लोगों को? देखिए ऐसे FDI में इंक्रीज़ तो किया गया है, पर साथ में कुछ सेफ राइडर दिए गए हैं कि 51% से ऊपर जो डायरेक्टर्स हैं वो होल टाइम डायरेक्टर होंगे और मोस्टली वो इंडियन रेजिडेंट डायरेक्टर होंगे। तो शायद इससे इंडिया में बाकी रेजिडेंट पे फ़र्क पड़ेगा। और अगर FDI हम धीरे धीरे इंक्रीज़ करेंगे तो मेरे ख्याल ओवरऑल इंडस्ट्री ग्रोथ करेगी। आने वाला समय बताएगा कितना फ़र्क पड़ना चाहिए इससे। सर मेरा आखिरी सवाल दोनों तो कि हाँ जी, ਆਤਮ ਨਿਰਭਰ ਭਾਰਤ ਦੇ ਵਿੱਚ ਇੰਸ਼ੋਰੈਂਸ ਸੈਕਟਰ ਆਪਣੇ ਕੋਲ ਰਹਿਣਾ ਚਾਹੀਦਾ ਹੈਗਾ, ਬਹੁਤ ਜ਼ਰੂਰੀ ਹੈ। ਬਾਹਰਲੀ ਇਨਵੈਸਟਮੈਂਟ ਦੇ ਨਾਲ ਕਿਵੇਂ ਕੰਟਰੋਲ ਕਰਨਗੇ ਉਹਨੂੰ ਬਹੁਤ ਮੁਸ਼ਕਲ ਹੋਏਗਾ। ਮੇਰੇ ਹਿਸਾਬ ਨਾਲ ਆਤਮ ਨਿਰਭਰ ਭਾਰਤ ਦੇ ਵਿੱਚ ਇਹ ਚੀਜ਼ ਇੰਸ਼ੋਰੈਂਸ ਸੈਕਟਰ ਖਾਸ ਕਰਕੇ, ਕਿਉਂਕਿ ਸਾਡਾ ਤਾਂ ਇਸ ਸੈਕਟਰ 'ਚ ਕਾਫੀ ਡੀਲਿੰਗ ਹੁੰਦੀ ਹੈ, ਇਹ ਆਪਣੇ ਕੋਲ ਕੰਪਲੀਟ 100% ਆਪਣੇ ਕੋਲ ਚਾਹੀਦਾ। ਅੱਛਾ, ਇੱਕ ਕਿਸਾਨਾਂ ਨੂੰ ਕਿਹਾ ਗਿਆ ਸੀਗਾ ਕਿ 2022 ਤੱਕ ਜਿਹੜੀ ਉਹਨਾਂ ਦੀ ਇਨਕਮ ਹੈ ਉਹ ਦੁੱਗਣੀ ਹੋ ਜਾਏਗੀ, ਲੇਕਿਨ ਹੁਣ ਕਿਹਾ ਜਾ ਰਿਹਾ ਕਿ 7 ਸਾਲ ਤੱਕ। ਕੁਝ ਫਰਕ ਨਹੀਂ ਲੱਗਦਾ ਤੁਹਾਨੂੰ ਇਹਦੇ? ਦੇਖੋ ਇਹ ਹੁਣ ਜਿਹੜੀ ਇਨਕਮ ਦੀ ਗੱਲ ਹੈਗੀ ਆ, ਉਹ ਇਨਕਮ ਖਰਚੇ ਕੱਢ ਕੇ ਕੱਢਣੀ ਚਾਹੀਦੀ ਹੈ। ਹੁਣ ਜੇ ਜਿੰਨਾ ਪੈਸਾ ਸਰਕਾਰਾਂ ਨੂੰ ਗਿਆ, ਫਾਰਮਰ ਨੂੰ ਗਿਆ, ਉਹ ਵੱਧ ਗਿਆ ਹੈਗਾ, ਪਰ ਉਹ ਖਰਚੇ ਕਿੰਨੇ ਵਧੇ ਆ ਉਹਦਾ ਹਿਸਾਬ ਨਹੀਂ ਹੈਗਾ ਨਾ। ਸੋ ਇਹ ਜਿਹੜੀ ਚੀਜ਼ ਹੈਗੀ, ਦੋਨੋਂ ਚੀਜ਼ਾਂ ਦੇਖ ਕੇ ਵੀ ਉਹਨਾਂ ਦੀ ਕੀ ਸੇਲ ਹੋ ਰਹੀ ਹੈ, ਕੀ ਉਹਦੇ ਇਸ ਲਈ ਜਦ ਤੱਕ ਪੂਰੀਆਂ ਫਿਗਰਸ ਨਹੀਂ ਆਉਂਦੀਆਂ ਇਹਦੇ ਬਾਰੇ ਕਹਿਣਾ ਮੁਸ਼ਕਿਲ ਹੈ ਸਟੇਜ ਤੇ। ਓਵਰਆਲ ਬਜਟ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਦੋਨਾਂ ਤੋਂ ਚਾਹਾਂਗਾ ਮੈਂ ਇੱਕ ਪਰਸਪੈਕਟਿਵ। 8 आउट ऑफ 10। ਤੁਸੀਂ ਕਿੰਨੇ ਦਿਓਗੇ ਜੀ? रादर 7 आउट ऑफ 10। ओवरऑल हमें एक इंथुजियास्टिक बजट लग रहा है। लोगों को आशा जो थी पूरा अनुरूप तो नहीं हुआ, बट बहुत फ़र्क पड़ा है उससे। और हम जो सोच रहे थे कि कहीं और बर्डन ना पड़ जाए, वो बर्डन नहीं पड़ा है, सबसे बड़ी बात ये है। तो अगर हम बात करें मिनिस्ट्री, FM मिनिस्ट्री की, कि उन्होंने बर्डन ना डाल के थोड़ा इंसेंटिव दिया है, तो ओवरऑल हम लगते हैं कि अगर ये सारा सहूलत मिलती रही तो फ़र्क पड़ना चाहिए आने वाले समय में। ਬਹੁਤ ਬਹੁਤ ਸ਼ੁਕਰੀਆ ਜੀ ਦੈਨਿਕ ਸਵੇਰਾ। ਇੱਕ ਲਾਸਟ ਪੁਆਇੰਟ ਇਹ ਹੈਗਾ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਦੇਖਦੇ ਹੋ, ਉਹ ਦੋ ਨਜ਼ਰੀਏ ਹੁੰਦੇ ਆ, ਇੱਕ ਸ਼ਾਰਟ ਟਰਮ, ਇੱਕ ਲੌਂਗ ਟਰਮ। ਜੇ ਆਪਾਂ ਅੱਜ ਸ਼ਾਰਟ ਟਰਮ ਗੇਨ ਲਈ ਬਜਟ 'ਚੋਂ ਕੁਝ ਲੱਭਣਾ ਚਾਹੁੰਦੇ ਹਾਂ, ਸ਼ਾਇਦ ਇੰਨਾ ਨਹੀਂ ਮਿਲੂਗਾ, ਪਰ ਜਿੰਨੀਆਂ ਪਾਲਿਸੀਜ਼ ਹੈਗੀਆਂ ਇਹ ਲੌਂਗ ਟਰਮ ਨੇ, ਕਈਆਂ ਦੇ ਰਿਜ਼ਲਟ 4-5 ਸਾਲ ਬਾਅਦ ਆਉਣਗੇ। ਇਸ ਕਰਕੇ ਜਿਹੜੇ ਮੋਟੇ ਚੇਂਜ ਕੀਤੇ, ਜਿਵੇਂ ਓਸ਼ਨ ਦੇ ਕੀਤੇ ਹੈਗੀਆਂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸਾਨੂੰ ਅਸਰ ਲੌਂਗ ਟਰਮ 'ਚ ਪਤਾ ਲੱਗੇਗਾ। ਐਂਡ ਆਈ ਸੇ ਇਟਸ ਵੈਰੀ ਗੁੱਡ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸੋ ਤੁਸੀਂ ਸੁਣਿਆ ਇਹ CIA ਦੇ ਚੇਅਰਮੈਨ ਤੇ ਵਾਈਸ ਚੇਅਰਮੈਨ, ਜਿਨ੍ਹਾਂ ਨੇ ਸਾਨੂੰ ਸਾਫ਼ ਕਿਹਾ ਕਿ ਜਿਹੜਾ ਬਜਟ ਹੈ, ਬਜਟ ਓਵਰਆਲ ਬਹੁਤ ਚੰਗਾ। ਹਾਲਾਂਕਿ ਅਗਰ ਆਮ ਇਨਸਾਨ ਦੀ ਗੱਲ ਕਰੀਏ, ਆਮ ਬੰਦੇ ਲਈ ਤਾਂ ਇਸ ਬਜਟ ਤੋਂ ਜ਼ਿਆਦਾ ਖਾਸ ਨਿਕਲਿਆ ਨਹੀਂ, ਲੇਕਿਨ ਜਿਸ ਤਰੀਕੇ ਨਾਲ ਵੀ ਇਹ ਬਜਟ ਆਇਆ, ਉਸ ਬਜਟ ਨੇ ਲੋਕਾਂ ਦੇ ਲਈ ਇੱਕ ਰਾਹਤ ਭਰੀ ਗੱਲ ਇਹ ਦਿੱਤੀ ਹੈ ਕਿ ਕੋਈ ਨਵਾਂ ਟੈਕਸ ਤਾਂ ਨਹੀਂ ਲਗਾਇਆ, ਤੇ ਨਾਲ ਜਿਹੜਾ 75 ਸਾਲ ਦੇ ਉੱਪਰ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਹੁਣ ਜਿਹੜੀ ਹੈ ਟੈਕਸ ਤੋਂ ਜਿਹੜੀ ਰਿਬੇਟ ਦੇ ਦਿੱਤੀ ਗਈ ਹੈ, ਉਹਨਾਂ ਨੂੰ ITR ਫਾਈਲ ਕਰਨ ਤੋਂ ਜਿਹੜੀ ਛੂਟ ਦੇ ਦਿੱਤੀ ਗਈ। ਤੇ ਇੱਕ ਵੱਡਾ ਫੈਸਲਾ ਅਗਰ ਕਹੀਏ ਤੇ ਉਹਨਾਂ ਲਈ ਕੀਤਾ ਗਿਆ। ਤੇ ਹਰ ਖੇਤਰ ਨੂੰ ਜ਼ਿਆਦਾਤਰ ਜਿਹੜਾ ਬਜਟ ਬਾਰੇ ਗੱਲ ਕੀਤੀ ਹੈ ਕਿ ਇਹ ਜਿਸ ਤਰੀਕੇ ਨਾਲ ਖੁਦ ਬਜਟ ਤੋਂ ਪਹਿਲਾਂ ਜਦੋਂ ਜਿਹੜੇ ਵਿੱਤ ਮੰਤਰੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਬਜਟ ਹੋਏਗਾ ਇਹ ਆਤਮ ਨਿਰਭਰ ਭਾਰਤ ਦੀ ਝਲਕ ਪੇਸ਼ ਕਰੇਗਾ, ਤੇ ਇਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਜਿਹੜਾ ਬਜਟ ਹੈਗਾ ਇਹ ਆਤਮ ਨਿਰਭਰ ਭਾਰਤ ਦੇ ਲਈ ਇੱਕ ਚੰਗਾ, ਅਗਰ ਕਹੀਏ ਤਾਂ ਚੰਗਾ ਬਜਟ ਹੈ। ਓਵਰਆਲ ਇਸ ਬਜਟ ਦੀ ਜਿਹੜੀ ਹੈ ਪ੍ਰਸ਼ੰਸਾ ਹਰ ਪਾਸੇ ਹੁਣ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, दैनिक सवेरा TV। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री मियां रफीक मोहम्मद। मोबाइल 84 374 94 647, 84 374 94 648।